हाँ जी स्टूडेंट्स, आज ਅਸੀਂ ਕਿਹੜਾ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ? ਆਪਣਾ ਸੈਕੰਡ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ ਜਿਹਦਾ ਨਾਮ ਕੀ ਹੈ? ਯੂਨਿਟਸ ਐਂਡ ਮੇਜਰਮੈਂਟਸ। ਇਸ ਚੈਪਟਰ 'ਚ ਅਸੀਂ ਗੱਲ ਕਰਨੀ ਆ ਯੂਨਿਟਸ ਦੀ ਤੇ ਮੇਜਰਮੈਂਟਸ ਦੀ। ਇਹ ਕੀ ਹੁੰਦੇ ਨੇ? ਚਲੋ ਆਪਾਂ ਸ਼ੁਰੂ ਕਰੀਏ। ਅਸੀਂ ਕੀ ਕਰਦੇ ਪਏ ਆ? ਵੀ ਆਰ ਸਟੱਡਿੰਗ ਫਿਜ਼ਿਕਸ। ਇਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਵਾਟ ਇਜ਼ ਫਿਜ਼ਿਕਸ? ਇਟ ਇਜ਼ ਸਟੱਡੀ ਆਫ नेचर एंड नेचर फिनोमेना, नेचर एंड नैचुरल फिनोमेना। नेचर की आ, नेचर च किहड़े किहड़े फिनोमेने हो रहे हैं, किहड़ी किहड़ी घटनावां हो रही उन्हां बारे आपां जानना। यह स्टडी आ ते नेचर साडे कोल की पिया वा? नेचर हैज़ टू थिंग्स, मैटर एंड एनर्जी। सो फिजिक्स इज आल्सो कॉल्ड स्टडी ऑफ मैटर एंड एनर्जी। सो मैटर ते एनर्जी का एक तरह का इंटरप्ले चलता पिया वा, किन्नियां घटनावां होंदियां वा, उहदे विच आपां देखना वा भी असीं की कर सकते हैं, किस तरह फिनोमेने नूं समझना हैगा। तो फिनोमेने नूं समझण वास्ते कुछ चीज़ां नूं मिनती करनी पैनी है, गिनती करनी पैनी है। ये जिहड़ा सारा ही प्रोसैस आ गिनती मिनती नूं आपां कहने आ मेजरमेंट। टू मेजर सम थिंग्स, किहड़ियां चीज़ां ने? एक आपां होर गल कर लईए। मैटर बारे तुसीं पढ़िया वैसे भी ना, फिर भी दस दो। एनीथिंग दैट ऑक्यूपाइज स्पेस, कोई भी ऐसी चीज़ जिहड़ी स्पेस नूं ऑक्यूपाई करती आ, कोई जगह घेरती पई आ, एंड हैज़ मास इज कॉल्ड मैटर। सो इत्थे आपां देखना वा मैटर की आ, किस तरह मूव करता पिया वा। ये जिहड़ी स्टडी आ इहदे विच सानूं फिर किहड़ी लोड़ पैनी आ, कुछ चीज़ां नूं मेजर करना पैना वा। उन्हां दी गिनती मिनती ने सानूं फिर ला दी एंड तक पहुँचाना, सानूं ला दी सही समझ देनी हैगी आ। आपां एग्जाम्पल देखी करके एक हुण पर्सन स्टडी करना चाहता, ए बाल इज़ फॉलिंग फ्रॉम सर्टन हाइट। आ बाल साडे कोल हैगी है, ये नीचे गिरदी पई है ड्यू टू, ਹੁਣ ਤੁਸੀਂ ਕਹਿੰਦੇ ਇਟ ਇਜ਼ ਡਿਊ ਟੂ ਅਟਰੈਕਸ਼ਨ ਆਫ ਅਰਥ। ਦੇਰ ਇਜ਼ ਅਟਰੈਕਸ਼ਨ ਬਿਟਵੀਨ ਅਰਥ ਐਂਡ ਦਿਸ ਮਾਸ ਡਿਊ ਟੂ ਗ੍ਰੈਵੀਟੇਸ਼ਨਲ ਫੋਰਸ। ਅਸੀਂ ਚਾਰ ਤਰ੍ਹਾਂ ਦੀ ਫੋਰਸਿਸ ਬਾਰੇ ਗੱਲ ਕੀਤੀ ਸੀ। ਤਾਂ ਉਹ ਜਿਹੜੀ ਆਪਾਂ ਅਟਰੈਕਸ਼ਨ ਸਾਡੇ ਕੋਲ ਹੋ ਰਹੀ ਹੈ, ਮੰਨ ਲਓ ਇੱਥੇ ਆਪਾਂ ਕਹਿ ਦੀ ਨੀਚੇ ਅਰਥ ਹੈ, ਉੱਪਰ ਸਾਡੇ ਕੋਲ ਬਾਲ ਇੱਕ। ਜਸਟ ਐਗਜ਼ਾਮਪਲ ਆ। ਦੇਖੋ ਪਹਿਲੇ ਦੋ ਚੈਪਟਰ ਬੜੇ ਖਿਲਾਰੇ ਵਾਲੇ ਚੈਪਟਰ ਹੈਗੇ ਆ, ਇਹ 'ਚ ਬੱਚੇ ਵੀ ਗਵਾਚ ਜਾਂਦੇ ਆ ਅਤੇ ਟੀਚਰ ਵੀ ਗਵਾਚ ਜਾਂਦੇ ਹੈਗੇ ਆ। ਬੜੇ ਧਿਆਨ ਨਾਲ ਆਪਾਂ ਇੱਥੋਂ ਕਦਮ ਲੱਖ ਚੱਲਣਾ, ਤੈਨੂੰ ਕਲੀਅਰਲੀ ਆਪਾਂ ਇਹ ਰਸਤਾ ਪਾਰ ਕਰਨਾ ਹੈਗਾ। ਤੂੰ ਜ਼ਿਆਦਾ ਕਨਫਿਊਜ਼ ਨਹੀਂ ਹੋਣਾ, ਜ਼ਿਆਦਾ ਲਿਖਣਾ ਨਹੀਂ ਇਹਦੇ ਬਾਰੇ, ਸਮਝਣ ਦੀ ਗੱਲ ਕਰਨੀ ਇਹਦੇ ਵਿੱਚ। ਬਸ ਜਿੱਥੇ ਲਿਖਣ ਦੀ ਗੱਲ ਆਏਗੀ ਆਪਾਂ ਡਿਸਕਸ ਕਰ ਲਾਂਗੇ ਉਹਦੇ ਬਾਰੇ ਵੀ, ਕਿੱਥੇ ਖਿਆਲ ਦੇਣਾ। ਅਤੇ ਐਗਜ਼ਾਮਪਲ ਇੱਕ ਇਸ ਤਰ੍ਹਾਂ ਦੀ ਕਿ ਬਾਲ ਜਿਹੜੀ ਨੀਚੇ ਗਿਰਦੀ ਪਈ ਆ, ਇਹ ਲਾ ਆਫ ਡਾਇਰੈਕਸ਼ਨ ਹੈਗਾ। ਇਹ 'ਚੋਂ ਕਿਹੜੀ ਗੱਲਾਂ ਆਪਾਂ ਸੋਚਾਂਗੇ ਵੀ ਦੇਖੋ ਇਹ ਬਾਲ ਕਿੰਨੀ ਹਾਈਟ 'ਤੇ ਪਈ ਹੈ, ਕਿੰਨੀ ਹਾਈਟ ਤੋਂ ਬਾਲ ਆ ਰਹੀ ਆ, ਇੱਥੇ ਪਹੁੰਚ 'ਚ ਕਿੰਨਾ ਟਾਈਮ ਲੱਗੇਗਾ। ਇੱਕ ਆਪਾਂ ਗੱਲ ਕਰ ਲਈ ਹਾਈਟ ਦੀ। ਹਾਈਟ ਮੀਨਸ ਇੱਕ ਤਰ੍ਹਾਂ ਦੀ ਦੂਰੀ ਆ ਗਈ ਸਾਡੇ ਕੋਲ, ਦੂਰੀ ਧਰਤੀ ਤੋਂ ਐਸ ਬਾਲ ਦੀ ਜਗ੍ਹਾ ਦੀ ਦੂਰੀ ਕਿੰਨੀ ਆਪਾਂ ਇਹਨੂੰ ਕਹਿ ਸਕਦੇ ਹਾਂ ਵੀ ਵੀ ਆਰ ਟਾਕਿੰਗ ਅਬਾਊਟ ਡਿਸਟੈਂਸ। ਡਿਸਟੈਂਸ ਦੀ ਗੱਲ ਕਰ ਲਈ ਆਪਾਂ। ਫਿਰ ਇਹ ਗੱਲ ਕਰਾਂਗੇ ਇੱਥੋਂ ਆਉਣ 'ਚ ਇਹਨੂੰ ਸਮਾਂ ਲੱਗਾ, ਕੋਈ ਟਾਈਮ ਲੱਗਾ। ਸੋ ਵੀ ਆਰ ਮੈਜਰਿੰਗ ਟਾਈਮ ਆਲਸੋ, ਇੱਕ ਆਪਾਂ ਟਾਈਮ ਮੈਜਰ ਕੀਤਾ। ਫਿਰ ਦੇਖਿਆ ਕਿਸੇ ਨੇ ਕਿਹਾ ਵੀ ਜਿਹੜਾ ਟਾਈਮ ਆ ਇਹ ਦੇਖੋ ਇਸ ਬਾਲ ਦੇ ਮਾਸ 'ਤੇ ਡਿਪੈਂਡ ਕਰਦਾ ਵਾ ਕਿ ਇਕੱਲਾ ਡਿਸਟੈਂਸ 'ਤੇ ਡਿਪੈਂਡ ਕਰਦਾ। ਤੁਸੀਂ ਆਪਾਂ ਮਾਸ ਨੂੰ ਬਾਰ-ਬਾਰ ਦੇਖਣਾ ਹੈਗਾ ਕਿ ਮਾਸ ਬਾਰੇ ਸੋਚ ਕੇ ਦੇਖੀਏ ਕੀ ਹੈਗਾ, ਕੀ ਆ ਦੋਵਾਂ ਦੇ ਮਾਸ 'ਤੇ ਡਿਪੈਂਡ ਕਰਦਾ ਵਾ। ਧਰਤੀ ਦਾ ਮਾਸ ਕਿੰਨਾ ਅਤੇ ਬਾਲ ਦਾ ਮਾਸ ਕਿੰਨਾ, ਇਹ 'ਤੇ ਡਿਪੈਂਡ ਕਰਦਾ। ਲੱਭ ਲਿਆ ਫਿਰ ਆਪਾਂ। ਫਿਰ ਇਹ ਦੱਬਣਾ ਇਹਦੀ ਵੈਲੋਸਿਟੀ ਕਿੰਨੀ ਆ, ਕੀ ਵੈਲੋਸਿਟੀ ਇਸ ਜਗ੍ਹਾ 'ਤੇ ਇਸ ਜਗ੍ਹਾ 'ਤੇ ਇਸ ਜਗ੍ਹਾ 'ਤੇ ਸਭ ਤਾਂ ਸੇਮ ਆ। ਵੈਲੋਸਿਟੀ ਜਾਣਦੇ ਸਪੀਡ ਕੀ ਆ, ਕਿੰਨੀ ਤੇਜ਼ੀ ਨਾਲ ਰੇਟ ਆਫ ਚੇਂਜ ਆਫ ਡਿਸਟੈਂਸ ਬਣਿਆ ਨਾ, ਡਿਸਟੈਂਸ ਬਟਾ ਟਾਈਮ। ਇਹ ਵੀ ਲੱਭਣਾ ਪੈਣਾ ਸਾਨੂੰ, ਕਿੰਨੇ ਡਿਸਟੈਂਸ 'ਚ ਕਿੰਨਾ ਟਾਈਮ ਲੱਗਾ ਸਾਨੂੰ ਡਿਸਟੈਂਸ ਕਵਰ ਕਰਨ 'ਚ, ਤੋਂ ਸਪੀਡ ਲੱਭਣੀ ਪਏਗੀ ਸਾਨੂੰ। ਕੀ ਦੇਖਿਆ ਇੱਥੋਂ ਅਸੀਂ ਕੋਈ ਨਾ ਕੋਈ ਰਿਲੇਸ਼ਨ ਬਣਾ ਰਹੇ ਹਾਂ। ਜਿਸ ਤਰ੍ਹਾਂ ਤੁਸੀਂ ਕਹਿ ਤਾ ਜੀ ਸਪੀਡ ਦਾ ਰਿਲੇਸ਼ਨ ਕੀ ਆ, v = s/t। ਫੋਰਸ ਦਾ ਰਿਲੇਸ਼ਨ ਕੀ ਆ, m × a। ਸੋ ਜਿੰਨੇ ਫਿਜ਼ਿਕਸ ਦੇ ਲਾ ਬਣਦੇ ਪਏ ਨੇ, ਜੋ ਨੇਚਰ 'ਚ ਲਾ ਅਸੀਂ ਪੜ੍ਹਦੇ ਪਏ ਹਾਂ, ਇਹਨਾਂ ਵਿੱਚ ਕੁਝ ਚੀਜ਼ਾਂ ਆ ਰਹੀਆਂ ਨੇ। ਵਾਟ ਆਰ ਦੋਜ਼ ਥਿੰਗ? ਦੋਜ਼ ਆਰ ਕਾਲਡ ਫਿਜ਼ੀਕਲ ਕੁਆਂਟੀਜ਼।
ਸੋ ਆਹ ਵਰਡ ਆਪਾਂ ਦੇਖਣਾ ਇਹ ਕਿਹੜੀ ਚੀਜ਼ ਆ। ਸੋ one word will be used here quite commonly, that is called physical quantity. Physical quantity, those quantities in terms of which laws of physics can be expressed. Laws of physics can be expressed. And which can be measured. Measured mean मिनती, गिनती मिनती भार टाइम जो नोट करना। Which can be measured directly or indirectly. ਸਿੱਧੇ ਜਾਂ ਸਿੱਧੇ ਤਰੀਕੇ ਨਾਲ ਆਪਾਂ ਨੂੰ ਕਿਸੇ ਤਰੀਕੇ ਨਾਲ ਮੇਜਰ ਕਰ ਸਕਦੇ ਹੋਈਏ ਉਹਨਾਂ ਨੂੰ ਇਹ ਕਹਿੰਦੇ ਆ ਫਿਜ਼ੀਕਲ ਕੁਆਂਟੀਟੀਜ਼। ਦੋਜ਼ ਕੁਆਂਟੀਟੀਜ਼ in terms of which laws of physics can be expressed and which can be measured directly or indirectly are called physical quantities. ਸੋ ਕੀ ਦੇਖਿਆ ਆਪਾਂ, ਉਹ ਕੁਆਂਟਿਟੀ ਜਿਨ੍ਹਾਂ ਨੂੰ ਅਸੀਂ ਮੇਜਰ ਕਰ ਸਕਦੇ ਹਾਂ ਤੇ ਕਿਸੇ ਨੰਬਰ 'ਚ ਲਿਖ ਸਕਦੇ ਹਾਂ ਤੇ ਜਿਨ੍ਹਾਂ ਵਿੱਚ ਲਾਅ ਆਫ ਫਿਜ਼ਿਕਸ ਤੇ ਰਿਪਰੈਜ਼ੈਂਟ ਕਰ ਸਕਦੇ ਹਾਂ। ਸੋ ਵੀ ਕੈਨ ਆਲਸੋ ਰਾਈਟ, we can say, so those quantities, ਕੱਲਾ ਇੰਨੀ ਗੱਲ ਵੀ ਕਹਿ ਦਿਓ, which can be measured, ਜਿਸ ਤਰ੍ਹਾਂ ਮਰਜ਼ੀ ਮੇਜਰ ਕਰੋ ਇਹਨਾਂ ਨੂੰ, and can be expressed in numbers. Are called physical quantities. ਇੱਥੇ ਹੁਣ ਬੱਚਿਆਂ ਨੂੰ ਥੋੜੀ ਜਿਹੀ ਕਨਫਿਊਜ਼ਨ ਆਉਂਦੀ ਆ ਕਿ ਉਹ ਕਿਹੜੀ ਕੁਆਂਟੀਟੀਜ਼ ਸੇ ਜਿਨ੍ਹਾਂ ਨੂੰ ਆਪਾਂ ਮੇਜਰ ਕਰ ਸਕਦੇ ਹਾਂ ਤੇ ਨੰਬਰ ਦੀ ਫਾਰਮ 'ਚ ਲਿਖ ਸਕਦੇ ਹੈਗੇ ਆ। ਇਹ ਗੱਲ ਠੀਕ ਨਾਮ ਨੂੰ ਦਿੱਤਾ ਕਿ ਆਪਾਂ ਕੀ ਨਾਮ ਦਿੱਤਾ, ਫਿਜ਼ੀਕਲ ਕੁਆਂਟੀਟੀ, ਇਹ ਗੱਲ ਹੀ ਕਰ ਰਹੇ ਹਾਂ। ਡਨ। ਹੁਣ ਇਹਦੇ ਬਾਰੇ ਆਪਾਂ ਦੇਖੀਏ, ਅਸੀਂ ਆਪਣੇ ਕਲਾਸਰੂਮ 'ਚ ਦੇਖ ਰਹੇ ਹਾਂ ਸਾਡੇ ਕੋਲ ਬੜੇ ਬੱਚੇ ਬੈਠੇ ਕਲਾਸ 'ਚ, ਅਸੀਂ ਉਹਨਾਂ ਬਾਰੇ ਦੇਖਣਾ ਚਾਹੁੰਦੇ, ਸਟੱਡੀ ਕਰਨਾ ਚਾਹੁੰਦੇ ਹਾਂ। ਸੋ ਬੱਚਿਆਂ ਬਾਰੇ ਅਸੀਂ ਕੀ ਸਟੱਡੀ ਕਰ ਸਕਦੇ ਹਾਂ, ਆਓ ਦੇਖੀਏ। ਟੀਚਰ ਨੇ ਇੱਕ ਐਕਸਪੈਰੀਮੈਂਟ ਰੱਖਿਆ ਵੀ ਅੱਜ ਅਸੀਂ ਸਾਰੇ ਬੱਚਿਆਂ ਦੀ ਕੀ ਨੋਟ ਕਰੀਏ ਵੀ ਸਭ ਤੋਂ ਕਲਾਸ 'ਚ ਲੰਬਾ ਬੱਚਾ ਕਿਹੜਾ ਵਾ, ਕਲਾਸ ਸਭ ਤੋਂ ਛੋਟਾ ਬੱਚਾ ਕਿਹੜਾ ਵਾ। ਇੱਕ ਤਾਂ ਇਹ ਤਰੀਕਾ ਆ ਗਿਆ ਨਾ। ਕੀ ਤਰੀਕਾ ਕਰਾਂਗੇ ਅਸੀਂ ਬੱਚੇ ਖਿਲਾਰ ਲਏ ਵੀ ਲਾਈਨ ਵਿੱਚ ਬੱਚੇ ਖਲੋ ਜਾਓ, ਸਭ ਤੋਂ ਛੋਟਾ ਅੱਗੇ ਆ ਜੇ। ਐਕਸ ਖਿਲਾਰਤੇ ਅਸੀਂ ਕਹਿਣਾ ਇਹ ਬੱਚਾ ਜਿਹੜਾ ਸੀ ਇਹ ਸਭ ਤੋਂ ਛੋਟਾ ਵਾ, ਜਿਹੜਾ ਐਫ ਬੱਚਾ ਕੋਈ ਜੋ ਵੀ ਬੱਚਾ ਇਹ ਸਭ ਤੋਂ ਲੰਬਾ ਹੈਗਾ। ਅਤੇ ਇਹ ਕਲਾਸ ਹੀ ਫਾਈਨਲ ਹੋ ਗਈ ਵੀ ਜਿਹੜੀ ਕਲਾਸ ਮੰਨ ਲਓ ਸਾਡੀ 11th ਕਲਾਸ ਹੈ ਕਿਸੇ ਸਕੂਲ ਦੀ, ਮੰਨ ਲਓ ਐਟ ਸੇ ਸਿਟੀ ਐਕਸ, ਇਹਦੇ ਵਿੱਚ ਜਿਹੜੀ ਕਲਾਸ ਇਹ ਬੱਚਾ ਸਭ ਤੋਂ ਛੋਟਾ ਅਤੇ ਐਫ ਜਿਹੜਾ ਸਭ ਤੋਂ ਵੱਡਾ ਹੈਗਾ, ਇਹ ਲੱਭ ਲਿਆ ਆਪਾਂ। ਹੋਰ ਦੂਰ ਸਿਟੀ ਹੈਗੀ ਆ, ਉੱਥੇ ਗੱਲ ਚੱਲਦੀ ਪਈ ਹੈ। ਉਹ ਕਹਿੰਦਾ ਸਾਡੀ ਜਿਹੜੀ ਸਿਟੀ ਹੈ ਨਾ, ਮੰਨ ਲਓ ਵਾਈ ਸਿਟੀ ਹੈਗੀ ਇੱਥੇ, ਇਹ ਕਹਿੰਦਾ ਸਾਡੇ ਕੋਲ ਬੱਚੇ ਹੈਗੇ ਨੇ, ਆਪਾਂ ਇਹਨਾਂ ਦੇ 1 2 5 8 3 4 ਇਹ ਤਾਂ ਰੋਲ ਨੰਬਰ ਵਾਈਜ਼ ਕਰਤੇ ਆ। ਕਹਿੰਦਾ ਸਾਡੇ ਜਿਹੜਾ ਬੱਚੇ 1 ਆ ਨਾ ਇਹ ਸਭ ਤੋਂ ਛੋਟਾ ਅਤੇ 4 ਸਭ ਤੋਂ ਲੰਬਾ ਆਣਾ ਬੱਚਾ ਬੜਾ ਲੰਬਾ। ਹੁਣ ਇਹ ਬਹੁਤ ਦੂਰ ਆ, ਇਹ ਇੱਥੇ ਆ, ਦੋਵਾਂ 'ਚ ਲੰਬਾ ਕੌਣ ਆ, ਕੌਣ ਦੱਸੇਗਾ? ਜਾਂ ਦੋਵੇਂ ਬੱਚੇ ਲਾ ਕੇ ਖਿਲਾਰਾਂਗੇ ਆਪਾਂ ਫਿਰ ਮੇਜਰ ਕਰਾਂਗੇ। ਸਾਨੂੰ ਇੱਕ ਤਰੀਕਾ ਲਾਉਣਾ ਪਏਗਾ, ਸਾਨੂੰ ਕੋਈ ਨਾ ਕਿਸੇ ਤਰ੍ਹਾਂ ਮੇਜਰਮੈਂਟ ਕਰਦੇ ਆਪਾਂ, ਮਿਣਤੀ ਕਰਦੇ ਹਾਂ। ਅਸੀਂ ਕਹਿੰਦੇ ਆ ਜਿਹੜਾ ਬੱਚਾ ਨਾ ਜਿਹੜਾ ਸਾਡੀ ਕਲਾਸ ਸਭ ਤੋਂ ਛੋਟਾ ਇਹ 5 ਫੁੱਟ 1 ਇੰਚ ਹੈਗਾ। ਇਹ ਜਿਹੜਾ ਬੱਚਾ ਹੈਗਾ ਇਹ ਹੈਗਾ 6 ਫੁੱਟ ਅਤੇ 2 ਇੰਚ। ਇਹ ਕਹਿੰਦੇ ਸਾਡੇ ਜਿਹੜਾ ਬੱਚਾ ਨਾ ਇਹ ਹੈਗਾ ਸਭ ਤੋਂ ਛੋਟਾ ਬੱਚਾ, ਇਹ 5 ਫੁੱਟ ਅਤੇ ਲਾ ਲਓ 5 ਹੀ ਪੂਰਾ ਹੈਗਾ ਫੁੱਟ,
ਤੇ ਇਹ ਜਿਹੜਾ ਬੱਚਾ ਹੈਗਾ ਇਹ 6 ਫੁੱਟ ਤੇ 3 ਇੰਚ ਬੱਚਾ ਹੈਗਾ। ਮੰਨ ਲਈਏ ਨਾ ਆਪਾਂ ਜਵਾਨ ਬੱਚਾ ਹੈਗਾ। ਇੱਕ ਤਾਂ ਮੇਜਰ ਕੀਤਾ ਆਪਾਂ, ਸਾਨੂੰ ਪਤਾ ਲੱਗ ਗਿਆ ਇਸ ਦਾ ਲੈਂਥ ਅਸੀਂ ਮੇਜਰ ਕਰੀ ਦੀ ਚੀਜ਼ਾਂ ਦੀ। ਸੋ ਲੈਂਥ ਅਸੀਂ ਬੱਚਿਆਂ ਦੀ ਮੇਜਰ ਕਰ ਸਕਦੇ ਹਾਂ। ਸੋ ਹੁਣ ਵਾਪਸ ਆ ਜਾਈਏ ਇੱਕੋ ਕਲਾਸ ਦੇ ਵਿੱਚ, ਜੇ ਅਸੀਂ ਬੱਚਿਆਂ ਦੀ ਲੈਂਥ ਮੇਜਰ ਕਰਨੀ ਹੋਏ ਤਾਂ ਅਸੀਂ ਫੁੱਟਾਂ ਦੇ ਹਿਸਾਬ ਨਾਲ ਕਰ ਲਈਦੀ ਆ। ਇੰਨੇ ਫੁੱਟ ਤੇ ਇੰਨੇ ਇੰਚ ਇਹ ਸਾਡੇ ਯੂਜ਼ ਹੁੰਦੇ ਆ। ਦਿਸ ਮੈਨੀ ਫੁੱਟ ਐਂਡ ਦਿਸ ਇੰਚਸ ਹੈ ਨਾ, ਆਪਾਂ ਹਾਈਟ ਵਿੱਚ ਮੇਜਰ ਕਰਦੇ ਹੈਗੇ ਆ। ਇਹ ਗੱਲ ਕਰ ਲਈ ਆਪਾਂ। ਸੋ ਬॉयਜ਼ ਆਪਣੇ ਜਿਹੜੇ ਸਟੂਡੈਂਟਸ ਆ ਉਹਨਾਂ ਦਾ ਕੀ ਮੇਜਰ ਕਰ ਲਈ ਆਪਾਂ, ਹਾਈਟ ਮੇਜਰ ਕਰ ਲਈ ਦੀ ਹੈ। ਇੱਕ ਅਸੀਂ ਪੁਆਇੰਟ ਮੇਜਰ ਕਰ ਲਿਆ ਕਲਾਸ 'ਚ ਹਾਈਟ, ਤੇ ਹਾਈਟ ਕਿਸੇ ਬੱਚੇ ਦੀ ਲਿਖੀ ਉਹਨੂੰ ਆਪਾਂ ਨੰਬਰ ਦੀ ਫਾਰਮ ਲਿਖ ਸਕਦੇ ਹਾਂ ਵੀ ਇਸ ਬੱਚੇ ਦੀ ਹਾਈਟ ਜਿਹੜੀ 5 ਫੀਟ 6 ਇੰਚਸ ਹੈ। ਜਾਂ ਇਸ ਤਰ੍ਹਾਂ ਕਹਿ ਦਈਏ 5 ਫੀਟ ਪੂਰਾ ਲਿਖਣਾ ਤੇ 6 ਇੰਚਸ। ਇਹਨਾਂ ਬਾਰੇ ਬਾਅਦ 'ਚ ਗੱਲ ਕਰਦੇ ਨਾ। ਇਸ ਤਰ੍ਹਾਂ ਲਿਖ ਲਈ ਹਾਈਟ ਮੇਜਰ ਕਰ ਲਈ ਦੀ, ਉਹਨੂੰ ਨੰਬਰ ਦੀ ਫਾਰਮ 'ਚ ਆਪਾਂ ਲਿਖ ਲਈਦਾ ਹੈਗਾ। ਫਿਰ ਅਸੀਂ ਭਾਰ ਮੇਜਰ ਕਰਨਾ, ਮਾਸ ਉਹਨਾਂ ਦਾ ਕਰ ਸਕਦੇ ਮਾਸ ਮੇਜਰ। ਬੱਚੇ ਤੁਹਾਡਾ ਭਾਰ ਕਿੰਨਾ ਕਿੰਨਾ ਤਕੜੀ ਲੈ ਕੇ ਆਪਾਂ ਤੋਲ ਸਕਦੇ ਹੈਗੇ ਆ। ਸੋ ਮਾਸ ਕੈਨ ਆਲਸੋ ਵੀ ਮੇਜਰਡ। ਕਿਸੇ ਦਾ ਭਾਰ 50 ਕਿਲੋ, ਕਿਸੇ 60 ਕਿਲੋ, ਮੰਨ ਲਓ 56 kg ਦਾ ਬੱਚਾ, ਇਹਨੂੰ ਕਹਾਂ ਕਿਲੋਗ੍ਰਾਮ। ਇੰਨੇ ਕਿਲੋ ਦਾ ਬੱਚਾ ਆਮ ਲੈਂਗੁਏਜ ਯੂਜ਼ ਕਰਦੇ ਅਸੀਂ। 56 ਕਿਲੋ ਦਾ ਬੱਚਾ ਹੈ ਨਾ, 53 ਕਿਲੋ ਭਾਰ ਇਹਦਾ। ਕਿਲੋ ਮੀਨਸ ਕਿਲੋਗ੍ਰਾਮ, ਪੂਰਾ ਨਾਮ ਉਹਦਾ ਕਿਲੋਗ੍ਰਾਮ ਹੈਗਾ। ਤਾਂ ਮਾਸ ਮੇਜਰ ਕਰ ਲਿਆ। ਅੱਜ ਕੱਲ੍ਹ ਫਿਰ ਬੱਚੇ ਕਹਿੰਦੇ ਬੱਚੋ ਆਪਾਂ ਚੈੱਕ ਕਰਨਾ ਵਾ ਕੋਈ ਬੱਚਾ ਬਿਮਾਰ ਤਾਂ ਹੈਗਾ, ਆਪਾਂ ਟੈਂਪਰੇਚਰ ਚੈੱਕ ਕਰ ਸਕਦੇ ਹਾਂ। ਸੋ ਵੀ ਕੈਨ ਚੈੱਕ ਦਾ ਟੈਂਪਰੇਚਰ। ਉਹਦੇ ਵਾਸਤੇ ਕਹਿੰਦੇ ਇਹਦਾ 98.4 ਡਿਗਰੀ ਫਾਰਨਹੀਟ ਹੈ ਨਾ, ਇੱਕ ਤਾਂ ਐਫ ਲਿਖਦੇ ਆਪਾਂ। ਯੂਨਿਟ ਬਾਰੇ ਅਸੀਂ ਬਾਅਦ 'ਚ ਗੱਲ ਕਰਾਂਗੇ। ਇਸ ਤਰ੍ਹਾਂ ਯੂਨਿਟ ਹੁੰਦੇ ਨੇ ਟੈਂਪਰੇਚਰ ਦੇ, ਜੇ ਪੜ੍ਹੇ ਕਿਸੇ ਨੇ ਤਾਂ ਵਧੀਆ। ਇਹ ਵੀ ਆਪਾਂ ਨੰਬਰ ਦੀ ਫਾਰਮ 'ਚ ਲਿਖ ਲਿਆ, ਟੈਂਪਰੇਚਰ ਲੱਭ ਲਿਆ। ਫਿਰ ਕਹਿਣਗੇ ਬੱਚਿਆਂ ਦਾ ਆਪਾਂ ਬਲੱਡ ਪ੍ਰੈਸ਼ਰ ਚੈੱਕ ਕਰਨਾ, ਕਰ ਲਈਦਾ ਨਾ। ਬਲੱਡ ਪ੍ਰੈਸ਼ਰ ਦੀ ਮਸ਼ੀਨ ਸਾਡੇ ਕੋਲ ਹੈਗੀ ਆ, ਉਹ ਵੀ ਕਿ ਯੂਨਿਟ ਆਪਾਂ ਲਿਖ ਲਾਂਗੇ। ਇਹਦਾ ਪ੍ਰੈਸ਼ਰ ਦਾ ਆਸਾ ਸਾਡੇ ਕੋਲ, ਉਹ ਵੀ ਨੰਬਰ 'ਚ ਫਾਰਮ ਲਿਖ ਲਿਆ ਆਪਾਂ। ਇਸ ਤਰ੍ਹਾਂ ਦੀ ਕਈ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਮਿਣਤੀ ਕਰਕੇ ਤੇ ਲਿਖ ਸਕਦੇ ਨੰਬਰ ਦੀ ਫਾਰਮ 'ਚ। ਉਹ ਕੀ ਸਾਡੇ ਕੋਲ ਆ ਗਿਆ ਵਾ, ਉੱਥੋਂ ਪਤਾ ਲੱਗ ਜਾਏਗਾ ਵੀ ਆਹ ਜਿਹੜਾ ਬੱਚਾ ਸਭ ਤੋਂ ਲੰਬਾ ਵਾ, ਇਹਦੇ ਇੰਨੇ ਹਾਈਟ ਆ, ਇਹ ਸਭ ਤੋਂ ਛੋਟੀ ਆ। ਆਪਾਂ ਗੱਲ ਲੱਭ ਲਈ ਹੈਗੀ ਆ, ਕਿਤੇ ਵੀ ਕੰਪੇਅਰ ਕਰ ਸਕਦੇ ਹਾਂ। ਸਾਡੇ ਦੇਸ਼ ਕਹਾਂਗੇ ਇੰਨੀ ਹਾਈਟ ਆ, ਬੱਚੇ ਤੁਹਾਡੇ ਦੇਸ਼ ਦੱਸੋਗੇ ਨਾ ਸਾਡੇ ਇੰਨੇ, ਫਿਰ ਇਹਦਾ ਮਤਲਬ ਉਹ ਸਾਡਾ ਬੱਚਾ ਲੈਂਥੀ, ਉਹਦਾ ਬੱਚਾ ਛੋਟਾ। ਵੀ ਕੈਨ ਈਜ਼ੀਲੀ ਕੰਪੇਅਰ। ਆਹ ਕੁਆਂਟਿਟੀ ਅਸੀਂ ਕਹਿੰਦੇ ਫਿਜ਼ੀਕਲ ਕੁਆਂਟਿਟੀਜ਼। ਹੋਰ ਆਪਾਂ ਦੇਖੀਏ, ਅਸੀਂ ਕਿਹਾ ਵੀ ਓਨੈਸਟੀ ਮੇਜਰ ਕਰੀਏ। ਓਨੈਸਟੀ ਮੈਨੇ ਇਮਾਨਦਾਰੀ। ਸਾਡੀ ਕਲਾਸ 'ਚ ਸਭ ਤੋਂ ਇਮਾਨਦਾਰ ਬੱਚਾ ਕਿਹੜਾ ਵਾ? ਹੁਣ ਤੇ ਕਿਹੜਾ ਮੀਟਰ ਲੈ ਕੇ ਆਵਾਂਗੇ ਜਿੰਨਾ ਇਮਾਨਦਾਰੀ ਮੇਜਰ ਕਰਾਂਗੇ? ਇਹ ਹੁਣ ਤੁਹਾਡੇ ਟੀਚਰ ਨੂੰ ਸੋਚਣਾ ਪੈਣਾ। ਕੋਈ ਕਹੇਗਾ ਆਹ ਬੱਚਾ ਬੜਾ ਇਮਾਨਦਾਰ ਹੈ, ਕੋਈ ਕਹਿੰਦਾ ਉਹ ਬੱਚਾ। ਸੋ ਦਿਸ ਕੁਆਂਟਿਟੀ ਕੈਨਟ ਬੀ ਐਕਸਪ੍ਰੈਸਡ ਇਨ ਫਾਰਮ ਆਫ ਨੰਬਰਸ, ਇਟ ਕੈਨਟ ਬੀ ਮੇਜਰਡ ਐਜ਼ ਸੱਚ। ਇਹਨੂੰ ਆਪਾਂ ਇਸ ਤਰ੍ਹਾਂ ਨਹੀਂ ਕਹਿ ਸਕਦੇ। ਇੱਕ ਕੁਆਲੀਟੇਟਿਵ ਵੀ ਹੈਗਾ, ਕੁਆਲੀਟੇਟਿਵ ਬੰਦੇ ਦੀ ਕੁਆਲਿਟੀ ਦੱਸਾਂਗੇ ਬੋਲ ਕੇ ਅਸੀਂ ਕਹਿ ਸਕਦੇ ਹਾਂ। ਕੁਆਂਟਿਟੀ ਦੀ ਫਾਰਮ 'ਚ ਦੋ ਗੱਲਾਂ ਆ ਗਈਆਂ, ਕੁਆਲਿਟੀ ਐਂਡ ਕੁਆਂਟਿਟੀ। ਜਦੋਂ ਅਸੀਂ ਕਹਿੰਦੇ ਹਾਂ ਆਹ ਬੜਾ ਭਾਰਾ ਬੱਚਾ ਹੈ, ਆਹ ਬੜਾ ਲੰਬਾ ਬੱਚਾ, ਉਹਦੀ ਕੁਆਲਿਟੀ ਦੀ ਗੱਲ ਕਰ ਰਹੇ ਹਾਂ। ਕਿੰਨਾ ਵਾ? ਇਹ ਬੱਚਾ 60 ਕਿਲੋ ਦਾ ਹੈ, ਇਹ ਕੁਆਂਟਿਟੀ ਆ ਗਈ। ਇਹ ਬੱਚਾ 6 ਫੁੱਟ ਦਾ ਹੈ, ਕੁਆਂਟਿਟੀ ਆ ਗਈ ਸਾਡੇ ਕੋਲ ਨਾ। ਤਾਂ ਆਹ ਗੱਲਾਂ ਓਨੈਸਟੀ ਨੂੰ ਆਪਾਂ ਨਹੀਂ ਕਰ ਸਕਦੇ। ਮੈਂ ਕਿਹਾ ਸਾਡੀ ਕਲਾਸ 'ਚ ਬੱਚਾ ਇਮਾਨਦਾਰੀ ਦਾ ਜੀ ਕੰਪੀਟੀਸ਼ਨ ਸਾਰੇ ਦੇਸ਼ ਹੋਣ ਲੱਗਾ। ਸਭ ਤੋਂ ਇਮਾਨਦਾਰ ਬੱਚਾ ਲੱਭ ਕੇ ਲਿਆਓ। ਕੌਣ ਕਰੇਗਾ? ਸਭ ਤੋਂ ਲੰਬਾ ਲੱਭ ਸਕਦੇ ਹਾਂ, ਸਭ ਤੋਂ ਭਾਰਾ ਵੀ ਦੱਸ ਸਕਦੇ ਹਾਂ, ਟੈਂਪਰੇਚਰ ਜਿਹਨੂੰ ਸਭ ਤੋਂ ਵੱਧ ਉਹ ਵੀ ਦੱਸ ਸਕਦੇ ਹਾਂ, ਜਿਹਦਾ BP ਸਭ ਤੋਂ ਵੱਧ ਸੀ ਉਹ ਵੀ ਦੱਸ ਸਕਦੇ ਹਾਂ। ਪਰ ਅਸੀਂ ਇਹ ਨਹੀਂ ਦੱਸ ਸਕਦੇ ਸਭ ਤੋਂ ਓਨੈਸਟ ਬੱਚਾ ਕਿਹੜਾ ਵਾ। ਠੀਕ ਹੈ, ਓਨੈਸਟੀ। ਆਹ ਸਾਡੇ ਕੋਲ ਹੋਰ ਵੀ ਪ੍ਰੋਬਲਮ ਹੁੰਦੀਆਂ, ਹੇਟਰਡ ਕੀਤਾ, ਕਿਹਦੇ ਮਨ ਜ਼ਿਆਦਾ ਹੇਟ ਆ, ਕਿਹੜਾ ਲਵ ਕਰਦਾ ਪਿਆ ਵਾ, ਜਿਹੜੀ ਇਹੋ ਜਿਹੀ ਗੱਲਾਂ ਵਾ। these cannot be expressed, so these are not physical quantity। ਆਹ ਸਾਰੀ ਫਿਜ਼ੀਕਲ ਨੇ ਕਿਉਂਕਿ ਇਹਨਾਂ ਨੂੰ ਅਸੀਂ ਮੇਜਰ ਕਰ ਸਕਦੇ ਹਾਂ ਅਤੇ ਇਹਨਾਂ ਨੂੰ ਕਿਸੇ ਨੰਬਰ ਦੀ ਫਾਰਮ 'ਚ ਲਿਖ ਸਕਦੇ ਹਾਂ। ਬਸ such qualities cannot be measured, honesty, love ਹੈ ਨਾ, hatred etc. these cannot be measured ਹੈ ਨਾ। ਇਸ ਕਰਕੇ ਆਹ ਆਪਾਂ ਡਿਸਕਸ ਨਹੀਂ ਕਰਨੇ। ਤਾਂ ਫਿਜ਼ਿਕਸ ਵਾਲੇ ਇਹਨਾਂ ਗੱਲਾਂ ਨੂੰ ਡਿਸਕਸ ਨਹੀਂ ਕਰਦੇ। ਇਹਦਾ ਮਤਲਬ ਇਹ ਨਹੀਂ ਨੌਲੇਜ ਨਹੀਂ ਹੈਗਾ, ਇਹ ਵੀ ਹੈਗਾ ਵਾ। ਇਹਨਾਂ ਦੀ ਸਟੱਡੀ ਵਾਸਤੇ ਵੱਖਰੀ ਬ੍ਰਾਂਚਸ ਹੈਗੀਆਂ ਨੇ, ਉਹ ਕਰਦੇ। ਕਿਤੇ ਸਾਈਕੋਲੋਜੀ ਚੱਲਦੀ ਪਈ ਆ, ਕਿਤੇ ਲਾਅ ਚੱਲਦੇ ਪਏ ਨੇ, ਕਿਤੇ ਪੋਲੀਟੀਕਲ ਸਾਇੰਸ ਆ। ਦੇ ਆਰ ਡੀਲਿੰਗ ਵਿਦ ਸੱਚ ਥਿੰਗਸ। ਵੀ ਹੇਅਰ ਆਰ ਡੀਲਿੰਗ ਓਨਲੀ ਵਿਦ ਦੋਜ਼ ਥਿੰਗਸ which can be measured and which can be expressed in numbers। ਤੇ ਇਹੋ ਹੀ ਨਹੀਂ,
ਇਹਨਾਂ ਦੀ ਫਾਰਮ 'ਚ ਫਿਰ ਫਿਜ਼ਿਕਸ ਦੇ ਲਾ ਜਿਹੜੇ ਆਪਾਂ ਲਿਖ ਸਕਦੇ ਹੈਗੇ ਆ। ਸੋ ਜਦੋਂ ਵੀ ਆਪਾਂ ਕੋਈ ਲਾ ਲਿਖਣਾ, ਮੰਨ ਲਓ ਬੜਾ ਲਾ ਸੀ v = u + at, ਪੜ੍ਹਿਆ ਨਾ ਤਾਂ v ਕੀ ਆ ਜੀ ਫਾਈਨਲ ਵੈਲੋਸਿਟੀ, u ਕੀ ਆ ਇਨੀਸ਼ੀਅਲ ਵੈਲੋਸਿਟੀ, a ਕੀ ਐਕਸਲਰੇਸ਼ਨ, t ਕੀ ਆ ਟਾਈਮ, ਫੋਰਸ ਮਾਡ ਇਨਟੂ ਐਕਸਲਰੇਸ਼ਨ, ਫੋਰਸ ਮੇਜਰ ਕਰ ਸਕਦੇ ਹਾਂ, ਮਾਸ ਮੇਜਰ ਕਰ ਸਕਦੇ ਹਾਂ, ਐਕਸਲਰੇਸ਼ਨ ਮੇਜਰ ਕਰ ਸਕਦੇ ਹਾਂ। ਕਿਉਂਕਿ ਅਸੀਂ ਦੇਖਿਆ ਵਾ ਵੀ ਦੋ ਕੁਆਂਟੀਜ਼ ਜਿਨ੍ਹਾਂ ਨੂੰ ਅਸੀਂ ਮੇਜਰ ਕਰ ਲਈਏ ਤੇ ਜਿਨ੍ਹਾਂ ਦੀ ਫਾਰਮ 'ਚ ਫਿਜ਼ਿਕਸ ਦੇ ਲਾ ਲਿਖੇ ਜਾਂਦੇ ਹਨ, ਦੋਸ ਆਰ ਕਾਲਡ ਫਿਜ਼ੀਕਲ ਕੁਆਂਟੀਜ਼। ਠੀਕ ਹੈ, ਗੱਲ ਕਲੀਅਰ ਹੋ ਗਈ ਸਾਨੂੰ ਪਹਿਲੀ। ਹੁਣ ਅਗਰ ਟੀਚਰਸ ਤੁਹਾਡੇ ਕਲਾਸ ਵਰਡ ਯੂਜ਼ ਕਰਕੇ ਕੁਆਂਟੀਟੀ, ਇਹਦਾ ਮਤਲਬ ਹੈ ਫਿਜ਼ੀਕਲ ਕੁਆਂਟੀਟੀ ਦੀ ਗੱਲ ਕਰ ਰਹੇ, ਹੋਰ ਕਿਸੇ ਕੁਆਂਟੀਟੀ ਦੀ ਆਪਾਂ ਗੱਲ ਨਹੀਂ ਕਰ ਰਹੇ। ਅਸੀਂ ਫਿਜ਼ੀਕਲ ਕੁਆਂਟੀਟੀ ਨੂੰ ਇਕੱਲਾ ਕੁਆਂਟੀਟੀ ਨਾਲ ਵੀ ਯੂਜ਼ ਕਰ ਸਕਦੇ ਹਾਂ। ਆ ਮੈਂ ਕਰਸਰ ਡਰਾਪ ਕਰਤਾ, ਉਹ ਕਿ ਲੈ ਓਨਲੀ ਯੂਜ਼ ਦਿਸ ਵਰਡ ਕੁਆਂਟੀਟੀ, ਪਰ ਤੁਸੀਂ ਮਨ 'ਚ ਮੰਨ ਜਾਣਾ ਆਪਣੇ, ਵੈਨ ਆਈ ਐਮ ਸੇਇੰਗ ਅਬਾਊਟ ਕੁਆਂਟੀਟੀ ਇਟ ਮੀਨਸ ਆਈ ਐਮ ਟਾਕਿੰਗ ਅਬਾਊਟ ਫਿਜ਼ੀਕਲ ਕੁਆਂਟੀਟੀ। ਉਦੋਂ ਮੈਂ ਫਿਜ਼ੀਕਲ ਕੁਆਂਟੀਟੀ ਦੀ ਗੱਲ ਕਰਦਾ ਜਿਹੜੀ ਮੇਜਰ ਕਰ ਸਕਦੇ ਹਾਂ, ਜਿਹਨੂੰ ਆਪਾਂ ਨੰਬਰ 'ਚ ਐਕਸਪ੍ਰੈਸ ਕਰ ਸਕਦੇ ਹਾਂ। ਹੁਣ ਫਿਜ਼ੀਕਲ ਕੁਆਂਟੀਟੀਜ਼ ਆਰ ਆਫ ਟੂ ਟਾਈਪਸ। ਕੀ ਗੱਲ ਆ ਗਈ? ਫਿਜ਼ੀਕਲ ਕੁਆਂਟੀਟੀਜ਼ ਆਰ ਆਫ ਟੂ ਟਾਈਪਸ। ਇਹਦੀਆਂ ਦੋ ਟਾਈਪਸ ਹੈਗੀਆਂ। ਕਿਹੜੀਆਂ ਟਾਈਪਸ ਨੇ ਆਪਾਂ ਦੇਖੀਆਂ, ਸਾਰੀ ਨੇਚਰ ਨੂੰ ਸਟੱਡੀ ਕੀਤੀ। ਸਟੱਡੀ ਕਰਨ ਤੋਂ ਬਾਅਦ ਜਿੱਥੇ ਅਸੀਂ ਅੱਜ ਤੱਕ ਪਹੁੰਚੇ ਨਤੀਜੇ ਤੋਂ, ਕਿਹੜੀਆਂ ਨੇ? ਨੰਬਰ 1 fundamental quantities, those quantities which are independent of other quantities or which cannot be expressed in the form of other quantities are called fundamental quantities. Those quantities which, इतना सिर्फ सिंपल है, which cannot be expressed in terms of other quantities are called fundamental। ਪਹਿਲਾਂ ਨਾਮ ਇਹਦਾ ਬੇਸਿਕ ਵੀ ਯੂਜ਼ ਕੀਤਾ ਜਾਂਦਾ ਸੀ, ਪਰ ਬੱਚੇ ਫੰਡਾਮੈਂਟਲ ਬੇਸਿਕ ਕੁਆਂਟੀਟੀਜ਼। ਜਿਹਨਾਂ ਨੂੰ ਹੋਰ ਕਿਸੇ ਤਰੀਕੇ ਨਾਲ ਆਪਾਂ ਐਕਸਪ੍ਰੈਸ ਨਹੀਂ ਕਰ ਸਕਦੇ। ਹੁਣ ਮੈਂ ਲੈਂਥ ਮੇਜਰ ਕਰਨੀ ਹੈ, ਤੇ ਲੈਂਥ ਮੇਰੀ ਕੀ ਆ? ਸੈਪਰੇਸ਼ਨ ਬਿਟਵੀਨ 2 ਪੁਆਇੰਟਸ ਹੈ ਨਾ, ਦੋਵਾਂ 'ਚ ਦੂਰੀ ਕਿੰਨੀ ਆ, ਇਹ ਲੈਂਥ ਮੇਜਰ ਕਰਨੀ ਆ। ਤੇ ਮੈਂ ਕੀ ਕਰਾਂ? ਇਹਦਾ ਭਾਰ ਤੋਲ ਕੇ ਟਾਈਮ ਤੋਂ ਕਿੱਥੋਂ ਲੱਭਾਂਗਾ ਮੈਂ? ਤੋ ਨਹੀਂ, ਤਾਂ ਮੈਂ ਕਿਹਾ ਵੀ ਲੈਂਥ ਆਪਣੇ ਆਪ 'ਚ ਇੱਕ ਇੰਡੀਪੈਂਡੈਂਟ ਚੀਜ਼ ਹੈ, ਜਿਹੜਾ ਡਿਸਟੈਂਸ ਆ। ਸੋ ਇਟ ਡਜ਼ਨਟ ਡਿਪੈਂਡ ਅਪੋਨ ਐਨੀਥਿੰਗ ਐਲਸ, ਇਹ ਆਪਣੇ ਆਪ 'ਚ ਇੰਡੀਪੈਂਡੈਂਟ ਹੈਗੀ ਆ। ਸੋ ਇਹਨੂੰ ਆਪਾਂ ਕਹਿੰਦੇ ਹਾਂ ਫੰਡਾਮੈਂਟਲ ਕੁਆਂਟੀਟੀਜ਼। ਸੋ ਸਾਡੇ ਕੋਲ ਕਿੰਨੀਆਂ ਨੇ? ਫਿਲਹਾਲ ਸਾਡੇ ਕੋਲ ਦੇਰ ਆਰ 7 ਫੰਡਾਮੈਂਟਲ ਕੁਆਂਟੀਟੀਜ਼। ਕਿਹੜੀਆਂ ਨੇ ਸਾਡੇ ਕੋਲ? ਆਪਾਂ ਲਿਖ ਸਕਦੇ ਹਾਂ ਇਹਨਾਂ ਬਾਰੇ, ਲੈਂਥ, ਮਾਸ, ਟਾਈਮ, ਟੈਂਪਰੇਚਰ, ਇਲੈਕਟ੍ਰਿਕ ਕਰੰਟ ਜਾਂ ਇਕੱਲਾ ਕਰੰਟ ਕਹਿ ਦਿਓ, ल्यूमिनस इंटेंसिटी, 1 2 3 4 5 6, एक रह गया और अमाउंट ऑफ सबस्टांस, एंड अमाउंट ऑफ सबस्टांस। नहीं भी रहते याद तो कोई प्रॉब्लम नहीं, हौली पढ़ांगे याद होनी शुरू हो जाएगी। 7 तो है साढ़े कोल। तो पहली गल आप देख ली भी आहो क्वांटिटीज ने जी फंडामेंटल ने, एक होर फार्म च आप एक्सप्रैस नहीं कर सकते है। डन।
तो इस तरह की गल आ गई जिस तरह तुसी बेकरी ते गए उन्होंने को की आ मैदा वा खंड वा लून वा एक दो आइटमां होर हैगियां तो इन्हों मिला मिला के गाड़ी होर कई तरह बिस्कुट तैयार कर देंगे केक तैयार कर देंगे ना उतों इन्हों वाली 5-7 चीज़ों यूज़ कर ये फंडामेंटल है। हुण कोई कहे साढ़े को यार खंड है नहीं अज तो किसी तरीके नाल खंड ही बना ली इत्थे आ चीज़ां यूज़ करके नहीं उन्होंने वास्ते फंडामेंटल चीज़ें लैके आनी पैनी आ। तो आ सेम हेयर दीस आर द 7 फंडामेंटल क्वांटिटीज़ बाकी क्वांटिटियां इन्हां तो मिल के बन जांदियां ने जिहड़ियां मिल के बन जांदियां उहनूं असीं कहने ड्राइड क्वांटिटीज़ जिन्हां क्वांटिटी नूं असीं फंडामेंटली फार्म 'च लिख सकते हैं भी यार मैनूं पता वा ये जिहड़ी चीज़ बनी ना आ 2 चीज़ां तो मिल के बनी आ ते जिहड़ी मिल के बनी आ वो फंडामेंटल आ ओ सॉरी वो ड्राइव्ड हैगी आ ते जिन्हां तो बनी आ एंड तक बिल्कुल सिंपल तो सिंपल आ 2 आर फंडामेंटल क्वांटिटीज़। तो पहली फार्म असीं कर ली किहड़ी है फंडामेंटल दूजा नाम की साडे को आ गया भी चेता रखना आपां derived quantities those quantities which can be expressed in terms of fundamental quantities are called derived quantities ਉਹਨਾਂ ਨੂੰ ਆਪਾਂ ਡਰਾਈਵਡ ਕੁਆਂਟੀਟੀ ਕਿਹਾ ਜਾਂਦਾ ਹੈਗਾ। ਹੁਣ ਇਹ 'ਚ ਕੌਣ ਕੌਣ ਹੈ ਕਿੰਨੀ ਗਿਣਤੀ ਹੋਏਗੀ ਇਹਨਾਂ ਦੀ ਗਿਣਤੀ ਦਾ ਕੋਈ ਅੰਤ ਹੈ ਨਹੀਂ ਆ ਜੋ ਜੋ ਤੁਸੀਂ ਪੜ੍ਹੀ ਜਾਓ ਫਿਜ਼ਿਕਸ 'ਚ ਨਵੀਆਂ ਕੁਆਂਟੀਟੀ ਆਉਣਗੀਆਂ ਉਹ ਸਾਰੀਆਂ ਕੌਣ ਨੇ 2 ਆਰ ਡਰਾਈਵਡ ਕੁਆਂਟੀਟੀਜ਼ ਉਹ ਸਾਰੀਆਂ ਕੀ ਨੇ ਡਰਾਈਵਡ ਕੁਆਂਟੀਟੀ ਸਾਡੇ ਕੋਲ ਹੈਗੀਆਂ ਨੇ। तो लिखिए आप कि एग्जाम्पल देखनी है असी कह सकते हैं जी स्पीड लिख लो नाम इतने फिलहाल स्पीड किस तरह वा फिर कोई बंदा कहता जी एरिया चलो एरिया सौखा लगना आ लो डेंसिटी कर लो डेंसिटी कहता कोई कहता नहीं जी फोर्स सैक्टा ये लड़ी बहुत लंबी जिन्नी मर्जी लंबी करी जो तुम प्लस 1 पढ़ोगे फिर प्लस 2 पढ़ोगे फिर अगे पढ़ोगे दीस विल बी कीप ऑन एडिंग ये वधी जाएगियाँ इन्हों का कोई भी एंड ऐसा सानू नहीं दिखाई देता। हाँ फिलहाल देख लीए आप कि मैं क्यों गया स्पीड हुण किसी बॉडी की स्पीड लभनी आप कोई दौड़ता पाया बच्चा तो देखना स्पीड लभनी है किस तरह लभांगे स्पीड आप तो स्पीड लभना असीं देखा भी मैं इत्थे खलो गया पहला तो 2 पॉइंट निशान ला ले जो बच्चा इत्थों लंघिया नाल ही मैं घड़ी ऑन कर ली अपनी तो फिर देखिया और दूजा पिलर उन्होंने क्रॉस किया उदा टाइम नोट कर जो ए थां तो निकल के बी थां क्रॉस किया दोवां दूरी लभ ली आप इन्नी दूरी हैगी आ दोवां क्रॉस करन जिन्ना टाइम लगा तो मैं क्या लै भी स्पीड आप लभ ली तेरी स्पीड की आ डिस्टेंस बड़ा टाइम जिन्ना डिस्टेंस लिया तू टाइम ने डिवाइड कर देंगे तो वी कैन फाइंड स्पीड। तो स्पीड नूं लभण वास्ते मैनूं किन्ना ते डिपेंड होना पिया एक मैनूं डिस्टेंस लभना पिया यानी कि लैंथ लभनी पई तो एक की लभना पिया टाइम दैट इज़ वाई स्पीड इज़ ए डिराइव्ड क्वांटिटी। सो आ डिराइव्ड क्वांटिटी साडी बन गई है। डेंसिटी किस तरह आ गई डेंसिटी की साडे कोल हुंदी है डेंसिटी सीधी आप लभ नहीं सकते वी नो डेंसिटी किहदे बराबर आ डेंसिटी इज मास अपॉन वॉल्यूम। तो किसी बॉडी का पहला मास पता करांगे फिर वॉल्यूम वॉल्यूम वास्ते लैंथ कितनी है ब्रैथ कितनी है हाइट कितनी है। सो आ देखो फिर सो दे डिपेंड अपॉन दीज बेसिक थिंग्स दैट इज़ वाई दिस इज आल्सो ड्राइड क्वांटिटी। फिर साढ़े को फोर्स आ गई फोर्स का बड़ा लंबा सिस्टम आ फोर्स की होंगी है मास इंटू एक्सलरेशन इस तरह मास हो गया बेसिक फिर एक्सलरेशन की साढ़े को आई ये फिर गाड़ी डिपेंडेंट हैगी ये स्पीड बटा टाइम स्पीड की है फिर डिस्टेंस बड़ा टाइम इस तरह तोड़ते आप देखा एंड पर जाके वो 7 क्वांटिटी के विच ही जाके मिल पैनी उन्होंने बनतर तो ही उन्होंने तो मिल के ही बननी हैगी आ। सो दीज आल क्वांटिटीज़ विच आर
which can be expressed in ਕਾਹਦੇ ਵਿੱਚ in fundamental quantities are called derived quantities and there is a large number of such quantities ਆਹ quantities ਹੈਗੀਆਂ ਨੇ। ਹੁਣ ਜਦੋਂ ਫਿਜ਼ਿਕਸ ਵਾਲਿਆਂ ਨੇ ਪਹਿਲਾਂ ਪੁਰਾਣੇ ਸਮੇਂ 'ਚ ਕੀ ਸੀ, ਪੁਰਾਣੇ ਸਮੇਂ 'ਚ ਸਾਨੂੰ ਤਿੰਨ ਹੀ ਕੁਆਂਟਿਟੀ ਨੂੰ ਮੰਨਿਆ ਜਾਂਦਾ ਸੀ ਕਿ these are fundamental quantities। ਉਹ ਕਿਹੜੀਆਂ ਸਨ? ਲੈਂਥ, ਮਾਸ ਤੇ ਟਾਈਮ। ਵੈਸੇ ਗੱਲ ਤੁਸੀਂ ਯਾਦ ਰੱਖ ਲਓ, ਪੁਰਾਣੇ ਸਮੇਂ 'ਚ ਇਹਨਾਂ ਨੂੰ ਬੇਸਿਕ ਕੁਆਂਟਿਟੀ ਕਿਹਾ ਜਾਂਦਾ ਸੀ। ਬੇਸਿਕ ਕਿਹੜੀਆਂ? ਫਿਜ਼ੀਕਲ ਕੁਆਂਟੀਟੀਜ਼। ਕਿਹੜੀਆਂ? ਲੈਂਥ, ਮਾਸ ਐਂਡ ਟਾਈਮ। ਪਹਿਲਾਂ ਦੁਨੀਆ ਇਹ ਮੰਨਦੀ ਸਾਇੰਟਿਸਟ ਸਾਡੇ ਵੀ ਇਹਨਾਂ ਤਿੰਨਾਂ ਚੀਜ਼ਾਂ ਵਿੱਚ ਹੀ ਆਪਾਂ ਸਾਰੀ ਬਾਕੀ ਚੀਜ਼ਾਂ ਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ, ਕਿਉਂਕਿ ਮਕੈਨਿਕਸ ਦੀ ਗੱਲ ਚੱਲਦੀ। ਜੋ ਸਮਾਂ ਪਾਸ ਹੋਇਆ ਫਿਰ ਉਹਨਾਂ ਨੇ ਦੇਖਿਆ ਵੀ ਇੱਕ ਟੈਂਪਰੇਚਰ ਵੀ ਚੀਜ਼ ਹੈਗੀ ਆ, ਇਹਨੂੰ ਕਿਸ ਤਰ੍ਹਾਂ ਕਰੀਏ ਆਪਾਂ, ਫਿਰ ਕਰੰਟ ਆ ਗਿਆ, ਉਹ ਕਿਸ ਤਰ੍ਹਾਂ ਕਰੀਏ ਆਪਾਂ, ਫਿਰ ਹੌਲੀ ਹੌਲੀ ਚੀਜ਼ਾਂ ਐਡ ਹੁੰਦੀਆਂ ਰਹੀਆਂ। ਅੱਜ ਤੱਕ ਜੋ ਸਾਨੂੰ ਲੱਭਾ, ਜਿੰਨਾ ਸਾਨੂੰ ਨੌਲੇਜ ਮਿਲਿਆ ਵਾ, ਉਹਦੇ ਹਿਸਾਬ ਨਾਲ ਸਾਡੇ ਕੋਲ 7 ਕੀ ਬਣੀਆਂ ਨੇ? ਫੰਡਾਮੈਂਟਲ ਕੁਆਂਟੀਟੀਜ਼। In addition to that, there are 2 supplementary quantities। ਸਾਡੇ ਕੋਲ 2 supplementary quantities ਵੀ ਹੈਗੀਆਂ ਨੇ। ਇਹਨਾਂ ਬਾਰੇ ਡਿਸਕਸ ਕਰਾਂਗੇ ਆਪਾਂ ਜੋ ਯੂਨਿਟ ਦੀ ਗੱਲ ਕਰਾਂਗੇ। ਫਿਲਹਾਲ ਲਿਖ ਲਓ, there are 2 the supplementary quantities। ਕਿਹੜੀਆਂ ਨੇ? ਨੰਬਰ 1 ਪਲੇਨ ਐਂਗਲ ਤੇ ਨੰਬਰ 2 ਸੋਲਿਡ ਐਂਗਲ। ਆਹ 2 ਗੱਲਾਂ ਹੋਰ ਨੇ ਜਿਹੜਾ ਆਪਾਂ ਵੇਖਿਆ। 7 ਫੰਡਾਮੈਂਟਲ ਸੀ ਤੇ ਨਾਲ 2 ਕੀ ਆ ਗਈਆਂ ਨਾਲ? ਸਪਲੀਮੈਂਟਰੀ। ਤੇ ਬਾਕੀ ਸਾਰੀ ਕੀ ਨੇ? ਡਰਾਈਡ ਕੁਆਂਟਿਟੀ। 7 ਫੰਡਾਮੈਂਟਲ, 2 ਸਪਲੀਮੈਂਟਰੀ ਆ ਗਈਆਂ ਤੇ ਬਾਕੀ ਸਾਰੀ ਡਰਾਈਡ ਕੁਆਂਟਿਟੀ। ਆ ਪਲੇਨ ਐਂਗਲ ਤੁਸੀਂ ਜੋ ਅੱਜ ਤੱਕ ਪੜ੍ਹਦੇ ਰਹੇ ਜੇ 60 ਡਿਗਰੀ 70 ਡਿਗਰੀ, ਉਹ ਐਂਗਲ ਹੈਗਾ। ਇਹਦੇ ਬਾਰੇ ਆਪਾਂ ਪੜ੍ਹਨਾ ਵਾ ਜਦੋਂ ਯੂਨਿਟ ਕਰਾਂਗੇ ਆਪਾਂ, ਨਾਲ ਉਹਨੂੰ ਫਿਰ ਆਪਾਂ ਡਿਟੇਲ 'ਚ ਇਹਦੇ ਬਾਰੇ ਡਾਇਗਰਾਮ ਬਣਾ ਕੇ ਚੰਗੀ ਤਰ੍ਹਾਂ ਸਮਝਾਵਾਂਗੇ। ਤਾਂ ਫਿਲਹਾਲ ਨੋਟ ਕਰ ਲਓ ਵੀ these are 2 quantities ਡਨ। ਤਾਂ ਕੀ ਸਮਝ ਆਈ ਸਾਨੂੰ? ਫਿਜ਼ਿਕਸ ਸਾਰਿਆਂ ਨੇ ਬੜਾ ਕੰਮ ਸਿੰਪਲ ਕਰਤਾ ਆਪਣਾ। ਉਹਨਾਂ ਨੇ ਸਮਝ ਕੇ ਇਹ ਦੇਖ ਲਿਆ ਵੀ ਐਂਡ 'ਤੇ ਸਾਨੂੰ 7 ਕੁਆਂਟਿਟੀ ਦੀ ਲੋੜ ਪੈਣੀ ਆ ਤੇ ਜਮ੍ਹਾਂ 2 ਸਪਲੀਮੈਂਟਰੀ ਦੀ। ਇਹਨਾਂ ਦੀ ਫਾਰਮ 'ਤੇ ਅਸੀਂ ਬਾਕੀ ਸਾਰੀਆਂ ਚੀਜ਼ਾਂ ਐਕਸਪ੍ਰੈਸ ਕਰ ਸਕਦੇ ਹਾਂ। ਪਰ ਹੁਣ ਗੱਲ ਆ ਗਈ, ਸਾਨੂੰ ਮੇਜਰ ਕਰਨਾ ਪੈਣਾ ਕੰਮ ਸਾਰਾ। ਮੇਜਰਮੈਂਟ ਕਰਾਂਗੇ। ਮੇਜਰਮੈਂਟ ਕੀ ਚੀਜ਼ ਹੈਗੀ ਹੈ ਨਾ, ਹੁਣ ਆਪਾਂ ਦੇਖਣਾ ਵਾਟ ਇਜ਼ ਪ੍ਰੋਸੈਸ ਆਫ ਮੇਜਰਮੈਂਟ। ਤਾਂ ਉਹਦੇ ਵਾਸਤੇ ਇੱਕ ਵਰਡ ਤੁਸੀਂ ਨੋਟ ਕਰ ਲਓ, ਪਹਿਲਾਂ ਹੀ ਮੈਂ ਬਾਰ-ਬਾਰ ਯੂਜ਼ ਕਰਨਾ, ਯੂਨਿਟ। ਯੂਨਿਟ ਦਾ ਮੀਨਿੰਗ ਕੀ ਹੁੰਦਾ? ਜੋ ਅਸੀਂ ਪੜ੍ਹਦੇ ਨੇ ਯੂਨਿਟ ਮੀਨਸ 1। ਯੂਨਿਟ ਦਾ ਮਤਲਬ ਕੀ ਆ? ਆਮ ਭਾਸ਼ਾ 'ਚ 1 ਕਹਿੰਦੇ ਹੈਗੇ ਆ, ਪਰ ਫਿਜ਼ਿਕਸ ਦੀ ਭਾਸ਼ਾ 'ਚ ਕੀ ਆ? It is the standard amount of a physical quantity। It is the standard amount of a physical quantity। ਵੀ ਕਿਸੇ ਫਿਜ਼ੀਕਲ ਕੁਆਂਟਿਟੀ ਦਾ ਇੱਕ ਸਟੈਂਡਰਡ ਅਮਾਊਂਟ ਆਪਾਂ ਤੈਅ ਕਰ ਲਿਆ। ਜਿਸ ਤਰ੍ਹਾਂ ਮੈਂ ਕਹਾਂ, ਲੋਕਾਂ ਨੇ ਕਿਹਾ ਵੀ ਭਾਰ ਤੋਲਾਂ ਦੇ ਭਾਰ ਵਰਗੀ ਸੀ। ਇਫ ਯੂ ਵਾਂਟ ਟੂ ਮੇਜਰ ਮਾਸ ਵੀ ਹੈਵ ਟੂ ਟੇਕ ਏ ਸਟੈਂਡਰਡ ਅਮਾਊਂਟ ਆਫ ਮਾਸ। ਸਾਰੇ ਲੋਕਾਂ ਦਾ ਵੀ ਆਹ ਜਿਹੜਾ ਵੱਟਾ ਨਾ ਸਾਡੇ, ਆਹ ਚੀਜ਼ ਜਿਹੜੀ ਪਈ ਆ, ਦਿਸ ਇਜ਼ ਅਸੀਂ ਤਾਂ ਨਾਲ ਲਿਆ ਵੀ ਆਹ ਜਿਹੜੀ ਸੀ ਬਲੋਕ ਹੈ ਨਾ, ਇਹਨੂੰ ਅਸੀਂ ਮੰਨ ਲਿਆ ਜੇ ਕਿਲੋ ਹੁੰਦਾ ਸਾਡਾ, ਪੰਜਾਬੀ ਵਾਲੇ ਕਹਿੰਦੇ ਕਿਲੋ ਹੈ ਨਾ, ਅਤੇ ਵੈਸੇ ਕੀ ਨਾਂ ਇਹਦਾ? ਕਿਲੋਗ੍ਰਾਮ। ਇਹਨੂੰ ਫਾਰਮ ਕਿਹੜੀ ਲਿਖਦੇ ਆਪਾਂ? kg। ਵੀ ਇਹ ਕਿਲੋਗ੍ਰਾਮ ਦਾ ਵੱਟਾ ਹੈਗਾ ਵਾ, ਇਹਨਾਂ ਮੰਨ ਲਿਆ। ਇਸ ਤਰ੍ਹਾਂ ਹੀ ਇਹ ਸਟੈਂਡਰਡ ਕਰਤਾ ਆਪਾਂ। ਇਹ ਕੋਈ ਫਿਕਸ ਨਹੀਂ ਸੀ ਹੈਗਾ। ਇਟ ਵਾਸ ਆਰਬਿਟਰਲੀ ਚੂਜ਼ਨ। ਆਪਣੀ ਚੁਆਇਸ ਸੀ, ਉਹਨਾਂ ਨੇ ਨਾ ਰੱਖ ਲਿਆ। ਸਾਰੇ ਕਰਦੇ ਨਾ, ਕਿਤੇ ਵੱਡਾ ਸੀ ਕਿਤੇ ਛੋਟਾ ਸੀ। ਉਹ ਅਸੀਂ ਅੱਗੇ ਪੜ੍ਹਾਂਗੇ ਡਿਫਰੈਂਟ ਕੰਟਰੀਜ਼, ਡਿਫਰੈਂਟ ਜਿਹੜੀਆਂ ਉੱਥੋਂ ਦੇ ਟਾਊਨ ਸੀ, ਉਹਨਾਂ ਦੇ ਵੱਖਰੇ ਪਹਿਲਾਂ ਯੂਨਿਟ ਹੁੰਦੇ ਸੀ। ਕਿਤੇ ਦਾ ਵੀ ਭਾਰ ਕਹਿੰਦਾ ਆਪਣੇ ਹਿਸਾਬ ਨਾਲ ਵੱਟੇ ਰੱਖੇ ਹੁੰਦੇ ਇਹਨਾਂ ਨੇ। ਹੌਲੀ ਉਹਨਾਂ ਨੇ ਸੋਚਿਆ ਵੀ ਇਹ ਕੰਮ ਖਰਾਬ ਆ,
फिर उन्होंने इक्को जी करने स्टैंडर्ड करने की कोशिश की, पर यह फिलहाल कई कुछ भी मेजर करना वा वो वर्गी चीज़ का एक हिस्सा जोड़ा उन्होंने स्टैंडर्ड अमाउंट मान लो। ठीक है जी। फिर इनू आप यूज़ करते हैं, दिस इज used as reference for measurement of that physical quantity। जिन्हों आप यूज़ करते हैं एज ए ਰੈਫਰੈਂਸ ਉਹ ਫਿਜ਼ੀਕਲ ਕੁਆਂਟੀਟੀ ਨੂੰ ਮੇਜਰ ਕਰਨ ਵਾਸਤੇ, ਉਹਨੂੰ ਅਸੀਂ ਕਹਿੰਦੇ ਹਾਂ ਯੂਨਿਟ ਸਾਡਾ ਕਹਿਣ ਲੱਗੇ ਹਾਂ। ਤਾਂ ਚਲੀਏ ਆਪਾਂ ਨੈਕਸਟ ਜਿਹੜੀ ਗੱਲ ਕਰਨੀ ਆ ਮੇਜਰਮੈਂਟ ਜਿਹੜੀ ਆਪਾਂ ਸਮਝਾਉਣੀ ਗੱਲ ਮੇਨ। ਤਾਂ ਮੇਜਰਮੈਂਟ ਕੀ ਚੀਜ਼ ਹੈਗੀ ਆ ਤੇ ਚਾਹੇ ਕੀ ਕਰਾਂਗੇ। ਯੂਨਿਟ ਸਮਝ ਆ ਗਿਆ। ਮਾਸ ਮੇਜਰ ਕਰਨਾ ਤੇ ਮਾਸ ਵਰਗੀ ਚੀਜ਼ ਨੂੰ ਅਸੀਂ ਪਹਿਲਾਂ ਸਾਰਿਆਂ ਨੇ ਮਾਨਤਾ ਦੇ ਦਿੱਤੀ ਵੀ ਆਹ ਇੰਨੀ ਚੀਜ਼ ਨੂੰ ਅਸੀਂ ਕਿਲੋ ਕਹਿੰਦੇ ਹੈਗੇ ਆ। ਮੀਟਰ ਮੇਜਰ ਕਰਨਾ ਤੇ ਅਸੀਂ ਕਿਹਾ ਵੀ ਆਹ ਡਿਸਟੈਂਸ ਇੰਨਾ ਡਿਸਟੈਂਸ ਸਾਡੇ ਕੋਲ ਆਹ ਮੀਟਰ ਹੈਗਾ, ਸਾਰੇ ਜਣੇ ਨੋਟ ਕਰ ਲਓ। ਇਹਦੇ ਹਿਸਾਬ ਨਾਲ ਅਸੀਂ ਮਿਣਤੀ ਕਰਾਂਗੇ। ਤੇ ਜੇ ਅਸੀਂ ਕਹਿਣਾ ਕਰਨਾ ਵਾ ਫੁੱਟਾਂ ਦੇ ਹਿਸਾਬ ਨਾਲ ਤਾਂ ਅਸੀਂ ਦੱਸਣਾ ਪਊਗਾ ਫੁੱਟ ਹੁੰਦਾ ਕਿੰਨਾ ਵਾ। ਡਨ। ਸਾਰਿਆਂ ਨੇ ਇਸ ਤਰ੍ਹਾਂ ਗੱਲ ਕਰ ਲਈ, ਆਪਣੇ ਕੋਲ ਤੈਅ ਕਰ ਲਈ ਆ। ਹੁਣ ਆਪਾਂ ਆ ਜੀ ਮੈਸ਼ਰਮੈਂਟ ਕੀ ਆ। ਇਹਨੂੰ ਬੜੇ ਲੋਕ ਆਪਣੇ ਹਿਸਾਬ ਨਾਲ ਕਈ ਮੇਜਰਮੈਂਟ ਬੋਲਦੇ ਨੇ, ਕਈ ਮੇਸ਼ਰਮੈਂਟ ਬੋਲਦੇ, ਕਈ ਮੈਸ਼ਰਮੈਂਟ ਬੋਲਦੇ ਆ ਨਾ। ਤੁਸੀਂ ਚਿੰਤਾ ਨਹੀਂ ਕਰਨੀ, ਤੁਸੀਂ ਜਿਸ ਤਰ੍ਹਾਂ ਵੀ ਯੂਜ਼ ਕਰ ਰਹੇ ਵਰਡ ਕੋਈ ਗੱਲ ਨਹੀਂ। So what is measurement? What is this? It is the process of comparison. ही करना वो comparison here हुई compare unknown amount of a physical quantity with a standard amount called unit। यही करते ਆਪਾਂ ਇਹ ਕੀ ਪ੍ਰੋਸੈਸ ਆ। ਪ੍ਰੋਸੈਸ ਆਫ ਕੰਪੈਰੀਜ਼ਨ, ਕੰਪੇਅਰ ਕਰਨਾ ਵਾ ਇੱਥੇ। ਤੇ ਕੀ ਕੰਪੇਅਰ ਕਰਨਾ? ਹੇਅਰ ਵੀ ਕੰਪੇਅਰ ਅਨਨੋਨ ਅਮਾਊਂਟ, ਜਿਹੜਾ ਅਮਾਊਂਟ ਕੀ ਹੈ ਸਾਨੂੰ ਆ ਪਤਾ ਨਹੀਂ ਹੈਗਾ, ਆ ਅਨਨੋਨ ਵਰਡ ਆ, ਅਨਨੋਨ ਅਮਾਊਂਟ ਆਫ ਏ ਫਿਜ਼ੀਕਲ ਕੁਆਂਟੀਟੀ ਵਿਦ ਏ ਸਟੈਂਡਰਡ ਅਮਾਊਂਟ। ਜਿਹੜਾ ਸਟੈਂਡਰਡ ਅਮਾਊਂਟ ਕੌਣ ਸੀ? ਯੂਨਿਟ। ਇਹਨਾਂ ਹੀ ਕੰਪੇਅਰ ਕਰਨੇ ਆ। ਤੇ ਕੀ ਨੋਟ ਕਰਦੇ ਆ? ਇਟ ਇਜ਼ ਨੋਟਡ that how many units are contained in that quantity। ਤੇ ਕਿੰਨੇ ਯੂਨਿਟਸ ਇਸ ਤਰ੍ਹਾਂ ਦੇ ਪਏ ਨੇ। ਠੀਕ ਆ। ਹਾਲੇ ਵੀ ਗੱਲ ਸਮਝ ਨਹੀਂ ਆਉਂਦੀ ਕੋਈ ਪ੍ਰੋਬਲਮ ਨਹੀਂ। ਸਾਰਾ ਕੁਝ ਲਿਖਣਾ ਜ਼ਰੂਰੀ ਨਹੀਂ ਆ। ਇਹ ਤੁਹਾਨੂੰ ਐਸਾ ਕਿਸੇ ਨੇ ਪੁੱਛਣਾ ਵੀ ਨਹੀਂ ਆ ਵੀ ਇਹਦੀ ਡੈਫੀਨੇਸ਼ਨ ਲਿਖੋ, ਬਹੁਤ ਰੇਅਰ ਚਾਂਸ ਆ। ਇਹਦੀ ਸਮਝ ਬਹੁਤ ਜ਼ਰੂਰੀ ਹੈਗੀ ਆ। ਸਮਝਣਾ ਆਪਾਂ ਇਹਨੂੰ ਐਸ ਗੱਲ ਨੂੰ, ਜਿੱਥੇ ਆਈ ਗੱਲ ਯਾਦ ਕਰਨੀ ਉਹ ਗਾੜੀ ਬੜਾ ਕੁਝ ਪਿਆ ਲੱਗੇ। ਇਟ ਕੈਨ ਬੀ ਐਕਸਪ੍ਰੈਸਡ ਐਸ। ਆਹ ਦੇਖੋ ਹੁਣ ਗੱਲ ਕਿਸ ਤਰ੍ਹਾਂ ਐਕਸਪ੍ਰੈਸ ਕਰ ਸਕਦੇ ਆਪਾਂ। ਕਿਊ ਇਜ਼ ਇਕੁਅਲ ਟੂ ਐਨ ਯੂ। ਕੀ ਆਪਾਂ ਯੂਜ਼ ਕੀਤਾ? ਕਿਊ ਇਜ਼ ਇਕੁਅਲ ਟੂ ਐਨ ਯੂ। ਇੱਥੇ ਕਿਊ ਕੀ ਆ? ਅਮਾਊਂਟ ਆਫ ਕੁਆਂਟੀਟੀ। ਐਨ ਕੀ ਆ? ਨਿਊਮੈਰੀਕਲ ਵੈਲਿਊ। ਕੁਛ ਨਹੀਂ ਹੈਗਾ, ਇੱਕ ਨੰਬਰ ਹੈਗਾ ਨਾ ਬਸ। ਨਿਊਮੈਰੀਕਲ ਵੈਲਿਊ ਔਰ ਪੰਜਾਬੀ 'ਚ ਕਹਿ ਦੋ ਕਿ ਨੰਬਰ ਹੀ ਹੈ ਬਸ। ਯੂ ਇਹ ਨਾ ਯੂਨਿਟ ਸਾਡਾ।
ਇਹ ਸਾਰਾ ਕੰਮ ਆ ਸਾਡੀ ਮੇਜਰਮੈਂਟ ਇਸ ਤਰ੍ਹਾਂ ਹੀ ਲਿਖਣੀ ਹੈਗੀ ਆ। ਆਹ ਗੱਲ ਸਮਝਣੀ ਆ, ਕੋਈ ਵੀ ਚੀਜ਼ ਅਸੀਂ ਮੇਜਰ ਕਰਦੇ ਹਾਂ ਇਸ ਤਰ੍ਹਾਂ ਹੀ ਲਿਖ ਦਈਦਾ। ਠੀਕ ਹੈ, ਹਾਲੇ ਵੀ ਗੱਲ ਕਲੀਅਰ ਨਹੀਂ ਹੋਏਗੀ ਜਦ ਤੱਕ ਸਾਨੂੰ ਐਗਜ਼ਾਮਪਲ ਨਹੀਂ ਮਿਲੇਗੀ। ਹੁਣ ਆਪਾਂ ਐਗਜ਼ਾਮਪਲ ਦੇਖਣ ਲੱਗੇ ਇਹਦੇ ਬਾਰੇ। मास ऑफ स्टूडेंट ना मैं कहा मास ऑफ ए स्टूडेंट एग्जाम्पल आप देखने लगे हैं इज मैं कहा कि कहा जी 54 किलोग्राम। की देखा थे मैं किस तरह लिखागा मास कितना 54 किलोग्राम एक ही आ। ये उस बच्चे की मास की आप गल कर रहे क्वांटिटी साढ़े को आ गई। की चीज़ साढ़े को आ गया क्यू आ चीज़ की साढ़े को आ गई 54। दिस इज आवर न्यूमेरिकल वैल्यू एंड दिस एक ही चीज़ है इनू आप कहेंगे यूनिट है साडा ये यूनिट है। तो मास में इतना ही रिप्रजेंट कर देंगे है। वो यूनिट बड़े हो सकते हैं। देयर कैन बी 2 और मोर यूनिट्स टू मेजर ए फिजिकल क्वांटिटी। ਇਹਦਾ ਕੀ ਮਤਲਬ ਹੋਇਆ? ਇਹਦਾ ਮਤਲਬ ਹੈ ਭਾਰ ਨੂੰ ਕਿਲੋਗ੍ਰਾਮਾਂ 'ਚ ਵੀ ਮਿਲ ਸਕਦਾ ਵਾ, ਗ੍ਰਾਮ 'ਚ ਵੀ ਮਿਲ ਸਕਦਾ ਵਾ। ਪੂਰਾ ਲਿਖਣਾ ਹੈ, ਹਲੇ ਬੱਚਿਆਂ ਨੂੰ ਸਿੰਬਲ ਨਹੀਂ ਪਤਾ। ਕਿਲੋਗ੍ਰਾਮ, ਕੋਈ ਕਹਿੰਦਾ ਗ੍ਰਾਮ, ਇਹ 'ਚ ਮਿਲ ਸਕਦਾ। ਕੋਈ ਕਹਿੰਦਾ ਮਿਲੀਗ੍ਰਾਮ, ਕੋਈ ਕਹਿੰਦਾ ਇਹ ਦੱਸੋ ਮੈਨੂੰ ਪਾਊਂਡ 'ਚ ਦੱਸੋ, ਕੋਈ ਕਹਿੰਦਾ ਮੈਂ ਪਾਊਂਡ 'ਚ ਕਰਦਾ। ਰਸਲਿੰਗ ਵੇਖਦੇ ਨਾ ਬੱਚੇ 320 ਪਾਊਂਡ ਇੱਕ ਰਸਲ ਦਾ ਆਉਂਦਾ ਨਾ। ਉਹ ਰਸਲਿੰਗ ਵਾਲੇ ਜਿਹੜੇ WWE ਵਾਲੇ ਆ ਨਾ ਉਹਨਾਂ 'ਚ ਪਾਊਂਡ 'ਚ ਦੱਸਦੇ ਆ ਇੰਨੇ ਪਾਊਂਡ ਦਾ ਬੰਦਾ ਸਾਡੇ ਕੋਲ ਆ ਰਿਹਾ, ਇੰਨੇ ਪਾਊਂਡ ਦਾ ਕੇਕ ਬਣਾਉਣਾ ਅਸੀਂ। ਫਿਰ ਮਨ ਦੇ ਵਿੱਚ ਟਨ ਦੇ ਵਿੱਚ ਆਪਾਂ ਗੱਲ ਕਰਦੇ ਪਏ ਨਾ ਐਂਡ ਸੋ ਔਨ। ਟਨ ਕੀ ਆ, ਮਨ ਕੀ ਆ। ਇਹ ਮਨ ਕਿੰਨਾ ਦਾ 40 kg ਆਮ ਭਾਸ਼ਾ 'ਚ ਅਸੀਂ ਯੂਜ਼ ਕਰਦੇ ਹਾਂ। ਸੋ ਦੇਰ ਆਰ ਡਿਫਰੈਂਟ ਯੂਨਿਟਸ ਵਿਚ ਕੈਨ ਬੀ ਯੂਜ਼ਡ। ਸਪੋਜ਼ ਕਰੀਏ ਆਪਾਂ there are 2 units u1 and u2। then ਕੀ ਹੋਏਗਾ क्यू ਨੂੰ ਕੀ ਲਿਖ ਸਕਦੇ ਆਪਾਂ n1 u1 n2 u2। ਦੋਨੋਂ ਗੱਲਾਂ ਠੀਕ ਨੇ। ਆ ਗੱਲ ਨਹੀਂ ਸਮਝ ਆਉਂਦੀ ਹੈ ਨਾ ਕਿਸੇ ਟਾਈਮ। ਆਪਾਂ ਇੱਧਰ ਦੇਖੀਏ, मैं कहा कि पास कितना इन्ना 54 किलोग्राम है। दूजा बंदा कहता नहीं मास कितना वा इन्ने ग्राम है 53,000 ग्राम है। तो की फर्क पै गया ना फर्क। यूनिट चेंज हो गया, इधर की चेंज हो गया, नंबर भी चेंज हो चुका साढ़े कोल, पर मास होंदे रहा। मास कोई फर्क नहीं आया, लिखण च तरीका साडा बदल गया है। लिखण का तरीका बदल गया पर मास चेंज नहीं आया। होर एग्जाम्पल आप लैके देखिए, मैं किते कोई टेबल लैन गया तो मैं कहता प्राइस कितना, तो मैं क्या प्राइस कितना जी, मैं प्राइस जोड़ा यदा है जे ₹500 हैगा। 500 रुपया दो तो चीज़ लै जाओ। मैं क्या ठीक है जी तुहानूं 500 रुपये देवांगा। सो मैं की देना वा, मैं 500 रुपया देना। मैं को गया, मेरे को नोट ही एक 500 का। मैं एक नोट फड़ो किन्ने वाला कहता 500 वाला जी, आ लो जी चक्को। मैं क्या एक नोट 500 देता चलेगा। फिर मैं गया एक होर बंदा आ गया, उन्हें भी सेम चीज़ लैनी ही। कहना भाजी मेरे को 500 का नहीं, मैं 100 का नोट लैके आया वा, तो आ लो 100 का नोट तो मैनू दे दो टेबल। उन्हें कहना भाई साहब ये कि चक्कर, कहता तुसीं उक्को भी तो एक नोट लिया ना। कहता नहीं भरा ਉਹਦਾ नोट ਵੱਡਾ ਵਾ, तो की कर मैनू फिर ਇਹੋ ਜਿਹੇ देने आ तो 5 दे। कहता अच्छा वीर आ ला 5 रुपये, 5 नोट देते इस तरह के। सो 100 वाला नोट छोटा आ गया तो मैंने नोटा का नंबर ਵਧਾਉਣੇ पे। एक पिछे होर भोला चलिया आया, वो कहता लो जी मेरे को भी 50 है जे, तो मेरे को भी आ 5 नोट ले ला तो मैनू दे दे। कहता नहीं नहीं
ਮੈਨੂੰ ਰੁਪਈਆ 500 ਪੂਰਾ ਕਰ, ਆ ਜੇ ਨੋਟ ਦੱਸ ਦੇ। ਸੋ ਕੀ ਹੋ ਰਿਹਾ, ਪ੍ਰਾਈਸ ਵਿੱਚ ਕੋਈ ਫਰਕ ਨਹੀਂ ਪੈ ਰਿਹਾ। ਨੋਟ ਵੱਡਾ ਤੇ ਗਿਣਤੀ ਘੱਟ ਵਾ, ਨੋਟ ਛੋਟਾ ਹੋ ਜਾਏਗਾ ਤੇ ਗਿਣਤੀ ਵਧੀ ਜਾਏਗੀ। ਇੱਥੇ ਕੀ ਆ, ਕਿਲੋਗ੍ਰਾਮ ਵੱਡਾ ਯੂਨਿਟ ਸੀ, ਆਹ ਚੀਜ਼ ਛੋਟੀ ਆ ਗਈ। ਗ੍ਰਾਮ ਛੋਟਾ ਯੂਨਿਟ ਆ ਤੇ ਇਹ ਚੀਜ਼ ਵੱਡੀ ਆ ਗਈ। ਪ੍ਰੋਡਕਟ ਉਹਨਾਂ ਕੀ ਰੱਖਣੀ ਆ, ਸੇਮ ਰੱਖਣੀ ਹੈਗੀ ਆ। ਸੋ ਇਫ U1 is greater than U2, ਫਿਰ ਕੀ ਹੋਏਗਾ, N1 is less than N2। ਯੂਨਿਟ ਵੱਡਾ ਆਏਗਾ ਤੇ ਨੰਬਰ ਛੋਟਾ ਆਏਗਾ, ਪਰ ਦੋਵਾਂ ਦੀ ਪ੍ਰੋਡਕਟ ਕੀ ਰਹੇਗੀ, ਬਰਾਬਰ ਹੀ ਰਹੇਗੀ। ਜਿਹੜਾ ਅਮਾਊਂਟ ਆ ਦੈਟ ਵਿਲ ਨਾਟ ਗੈਟ ਚੇਂਜਡ। ਉਹ ਚੀਜ਼ ਦੀ ਪ੍ਰਾਈਸ ਵਿੱਚ ਕੋਈ ਚੇਂਜ ਨਹੀਂ ਆਏਗਾ। ਜੋ ਐਗਜ਼ਾਮਪਲ ਆਪਾਂ ਇੱਥੇ ਕੀਤੀ ਆ, ਇਹ ਆਪਾਂ ਡਿਫਰੈਂਟ ਕੰਟਰੀ 'ਚ ਕਰ ਸਕਦੇ ਹਾਂ। ਸਾਡੇ ਇੰਡੀਆ ਦਾ ਰੂਪੀ ਜਿਹੜਾ ਵਾ ਉਹ ਡਾਲਰ ਦੇ ਹਿਸਾਬ ਨਾਲ ਘੱਟ ਹੈ ਨਾ, ਸੋ ਜਿੰਨੇ ਡਾਲਰ ਦੇਣੇ ਪੈਣਗੇ ਉਸ ਹਿਸਾਬ ਨਾਲ ਸਾਨੂੰ ਉਹਨੇ ਪੈਸੇ ਵੱਧ, ਰੁਪਈਏ ਵੱਧ ਦੇਣੇ ਪੈਣਗੇ। ਤੇ ਗੱਲ ਉੱਥੇ ਰਹਿਣੀ ਆ, ਇੱਥੇ ਨੋਟ ਆ ਰਿਹਾ, ਇੱਥੇ ਡਾਲਰ ਆ ਜਾਏਗਾ ਤੇ ਇੱਥੇ ਅਮਾਊਂਟ ਆ ਜਾਏਗਾ, ਪੈਸੇ ਦਾ ਆ ਜਾਏਗਾ ਸਾਡੇ ਕੋਲ। ਮੀਨਿੰਗ ਕਹਿਣ ਦਾ ਕੀ ਆ, ਪ੍ਰਾਈਸ ਵਿੱਚ ਕੋਈ ਫਰਕ ਨਹੀਂ ਪੈਂਦਾ। ਯੂਨਿਟ ਵੱਡਾ ਹੋਏਗਾ ਤੇ ਥੋੜ੍ਹੇ ਸਾਨੂੰ ਯੂਨਿਟ ਦੇਣੇ ਪੈਣਗੇ, ਯੂਨਿਟ ਛੋਟਾ ਹੋਏਗਾ ਤੇ ਜ਼ਿਆਦਾ ਦੇਣੇ ਪੈਣਗੇ। ਇਹ ਨਾ ਹੀ ਸਾਡਾ ਮੇਜਰਮੈਂਟ ਦਾ ਪ੍ਰੋਸੈਸ ਹੈਗਾ, ਇਹਦੇ ਬਾਰੇ ਆਪਾਂ ਗੱਲ ਕਰਨੀ ਹੈਗੀ ਆ। ਸੋ ਅੱਜ ਦਾ ਲੈਕਚਰ ਮੈਂ ਦੇਖਿਆ ਕਾਫੀ ਲੰਬਾ ਹੋ ਗਿਆ, ਆਪਾਂ ਲੰਬੇ ਲੈਕਚਰ ਨਹੀਂ ਕਰਨੇ। ਮੈਨੂੰ ਬੱਚੇ ਕਹਿ ਰਹੇ ਸੀ ਵੀ ਸਰ ਲੰਬੇ ਲੈਕਚਰ ਅਸੀਂ ਥੱਕ ਜੀਦਾ ਹੈਗਾ। ਸੋ ਇਨ ਦ ਨੈਕਸਟ ਲੈਕਚਰ ਵੀ ਵਿਲ ਡਿਸਕਸ ਅਬਾਊਟ ਕਨਸੈਪਟਸ ਆਫ ਲੈਂਥ ਕੀ ਆ, ਮਾਸ ਕੀ ਆ, ਟਾਈਮ ਕੀ ਆ, ਫਿਰ ਉਹਨਾਂ ਬਾਰੇ ਹੋਰ ਜਿਹੜੇ ਰਿਲੇਸ਼ਨਸ ਆ, ਕਿੱਥੋਂ ਯੂਨਿਟ ਬਣਦੇ ਨੇ, ਯੂਨਿਟ 'ਤੇ ਕਿਹੜੇ ਪੈਟਰਨ ਸਾਡੇ ਕੋਲ ਸਿਸਟਮ ਚੱਲਦੇ ਪਏ ਨੇ, ਉਹ ਸਾਰੀ ਗੱਲ ਆਪਾਂ ਨੈਕਸਟ ਲੈਕਚਰ 'ਚ ਕਰਾਂਗੇ। ਥੈਂਕ ਯੂ ਕਲਾਸ।